वाहिगुरु जी का खालसा वाहिगुरु जी की फतेह। मेरे मालिक ने ਅੰਮ੍ਰਿਤ ਬਾਣੀ ਵਿੱਚ ਅਰਦਾਸ ਦੀਆਂ ਵੱਖਰੀਆਂ ਵੱਖਰੀਆਂ ਅਵਸਥਾਵਾਂ ਬਿਆਨ ਕੀਤੀਆਂ ਨੇ। ਸਿੱਖ ਨੇ ਕਾਰਜ ਆਰੰਭ ਕਰਨਾ ਹੈ, ਉਥੇ ਵੀ ਅਰਦਾਸ ਦਾ ਵਿਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਹੈ। ਸਿੱਖ ਨੇ ਕਾਰਜ ਆਰੰਭ ਕਰਨਾ ਹੈ ਤੇ ਅਰਦਾਸ ਕਰਕੇ ਕਾਰਜ ਆਰੰਭ ਕਰਨਾ ਹੈ। ਖਿਆਲ ਕਰਿਆ ਜੀ, ਅਰਦਾਸ ਕੀਤੀ, ਕਾਰਜ ਆਰੰਭ ਕਰ ਦਿੱਤਾ, ਕਾਰਜ ਮੁਕੰਮਲ ਹੋ ਗਿਆ। ਸਿੱਖ ਨੇ ਫਿਰ ਅਰਦਾਸ ਵਿੱਚ ਜੁੜ ਜਾਣਾ ਵੀ ਮਾਲਕ ਉਦਮ ਤੂੰ ਕਿਰਪਾ ਕਰਕੇ ਮੇਥੋਂ ਕਰਾਇਆ ਤੇ ਅੰਗ ਸੰਗ ਸਹਾਈ ਹੋ, ਬਖਸ਼ਿਸ਼ ਕਰਕੇ ਇਹ ਕਾਰਜ ਆਪ ਨਿਰਵਿਘਨਤਾ ਸਹਿਤ ਨੇਪਰੇ ਚਾੜ ਲਿਆ। ਇਥੋਂ ਤੱਕ ਲਿਖਿਆ ਵਿਦਵਾਨਾਂ ਨੇ ਵੀ ਬੱਚਾ ਘਰ ਦੇ ਵਿੱਚ ਮਾਲਕ ਬਖਸ਼ਿਸ਼ ਕਰੇ ਤੇ ਤਾਂ ਅਰਦਾਸ। ਕਹਿਣ ਲੱਗੇ ਜੇ ਬੱਚਾ ਰਿੜਨ ਲੱਗ ਪਿਆ, ਤੁਰਨ ਲੱਗ ਪਿਆ ਤਾਂ ਅਰਦਾਸ, ਤੇ ਜੇ ਬੱਚਾ ਸਕੂਲ ਪੜ੍ਹਨੇ ਪਾਇਆ ਤੇ ਪੜ੍ਹਨੇ ਪਾਣ ਤੋਂ ਪਹਿਲਾਂ ਵੀ ਸਿੱਖ ਦੀ ਅਰਦਾਸ, ਤੇ ਸਾਲ ਭਰ ਸਕੂਲ ਜਾਂਦਾ ਰਿਹਾ, ਪਾਸ ਹੋ ਗਿਆ ਤਾਂ ਵੀ ਅਰਦਾਸ, ਤੇ ਅਗਲੇ ਸਾਲ ਫਿਰ ਅਰਦਾਸ ਆਰੰਭ ਹੋਣ ਲੱਗੀ ਨਵੀਂ ਜਮਾਤ, ਫਿਰ ਪਾਸ ਹੋ ਗਿਆ, ਫਿਰ ਅਰਦਾਸ। ਇਉਂ ਕਹੋ ਬਈ ਅਰਦਾਸ ਦੇ ਨਾਲ ਸਿੱਖ ਇਸ ਤਰ੍ਹਾਂ ਸੀਪਾ ਪਿਆ ਹੈ ਜਿਵੇਂ ਦੋ ਕੱਪੜੇ ਦੇ ਟੁਕੜਿਆਂ ਨੂੰ ਲੈ ਕੇ ਸੂਈ ਧਾਗੇ ਨਾਲ ਸੀ ਦਈਦਾ ਹੈ। ਜਿਹੜੇ ਸਿੱਖ ਆਪਣੀ ਹਯਾਤੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਪ੍ਰਯਾਸ ਕਰਦੇ ਨੇ, ਕੱਲਾ ਪ੍ਰਯਾਸ ਨਹੀਂ ਸਗੋਂ ਨਾਲ ਨਾਲ ਅਰਦਾਸ ਕਰਦੇ ਨੇ। ਜਿੱਥੇ ਗੁਰੂ ਸਵਾਰਿਓ ਪ੍ਰਯਾਸ ਤੇ ਅਰਦਾਸ ਦਾ ਸੰਗਮ ਹੁੰਦਾ ਹੈ, ਉਹਨੂੰ ਮੈਂ ਸੌਖੀ ਬੋਲੀ ਚ ਕਹਿਣਾ ਹੁੰਦਾ ਵਾਂ, ਪ੍ਰਯਾਸ ਪਲੱਸ ਅਰਦਾਸ ਬਰਾਬਰੇ ਬਰਸਾਤ। ਜਿੱਥੇ ਪ੍ਰਯਾਸ ਵੀ ਹੋਵੇ, ਜਿੱਥੇ ਅਰਦਾਸ ਵੀ ਹੋਵੇ, ਉੱਥੇ ਰਹਿਮਤ ਦੀ ਬਰਸਾਤ ਹਰ ਹਾਲ ਵਰਦੀ ਹੀ ਵਰਦੀ। ਅੱਜ ਦੇ ਇਸ ਮੌਕੇ ਮੁਕਾਮ ਤੇ ਸੇਵਕ ਪਰਿਵਾਰ ਨੇ ਘਰ ਦੇ ਵਿੱਚ ਸ਼ਾਦੀ ਰਚਨ ਤੋਂ ਪਹਿਲਾਂ ਗੁਰੂ ਦਾ ਆਸਰਾ ਪਰਨਾ ਲਿਆ ਹੈ। ਕਿਤੇ ਗੁਰੂ ਨੇ ਲਿਖਿਆ ਵੀ ਐਸਾ ਕਾਰਜ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਨੀ ਹੈ ਤੇ ਤੁਹਾਡੇ ਮੂੰਹ ਚੜੇ ਬੋਲ ਨੇ। ਮਾਲਕ ਕਹਿੰਦੇ ਨੇ ਕੀਤਾ ਲੋੜੀਐ ਕੰਮ। ਜਿਹੜਾ ਕੰਮ ਤੂੰ ਕਰਨਾ ਚਾਹੁੰਦਾ, ਜੇ ਤੂੰ ਚਾਹੁੰਦਾ ਵੀ ਕਾਰਜ ਨੇਤਰੇ ਚੜ ਜਾਏ, ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਏ, ਆ ਤੈਨੂੰ ਜਾਂਚ ਦੱਸਾਂ ਕਿਵੇਂ ਸ਼ੁਰੂ ਕਰਨਾ। ਕਹਿਣ ਲੱਗੇ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕੀ ਆਖੀਏ? ਹੱਥ ਜੋੜ ਕੇ ਕਹਿਣਾ ਹੈ ਕਾਰਜ ਦੇਹੋ ਸਵਾਰ, ਸਤ ਗੁਰ ਸੱਚ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਫਿਰ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਆਪਣੇ ਦਾਸ ਦੀ ਆਪ ਰੱਖ ਲੋ। ਅਰਦਾਸ ਇੰਨੇ ਯਕੀਨ ਨਾਲ ਹੋਵੇ, ਇੰਨੀ ਸ਼ਰਧਾ ਵਿੱਚ ਭਿੱਜ ਕੇ ਹੋਵੇ। ਸਤਿਕਾਰਯੋਗ ਸਰਦਾਰ ਰਘਬੀਰ ਸਿੰਘ ਬੀਰ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਅਰਦਾਸ ਸ਼ਕਤੀ। ਅਰਦਾਸ ਸ਼ਕਤੀ ਤੁਸੀਂ ਪੜ੍ਹੀ ਹੋਵੇ। ਸਿਆਣੇ ਸਿਆਣੇ ਮੇਰੇ ਵੀਰ ਮੇਰੇ ਸਾਹਮਣੇ ਬੈਠੇ ਹੋ ਜਿਨ੍ਹਾਂ ਨੂੰ ਵੇਖ ਕੇ ਚਾਅ ਚੜ ਜਾਂਦਾ ਹੈ, ਤੇ ਮੈਂ ਤੁਹਾਨੂੰ ਕੇਵਲ ਚੇਤਾ ਕਰਵਾਵਾਂ ਗੁਰੂ ਸਵਾਰੇ ਜੀ, ਉਸ ਪੁਸਤਕ ਵਿੱਚ ਸੁਗੜ ਵਿਦਵਾਨ ਨੇ ਬੜੀ ਸੋਹਣੀ ਇੱਕ ਸਾਦੀ ਜੀ ਗੱਲ ਕਹਿ ਕੇ ਨਾ ਗੱਲ ਸਮਝਾਉਣ ਦਾ ਯਤਨ ਕੀਤਾ ਹੈ। ਉਸ ਗੱਲ ਨੂੰ ਸਮਝਣ ਲਈ ਜਿਨ੍ਹਾਂ ਮੇਰੀਆਂ ਭੈਣਾਂ ਤੇ ਵੀਰਾਂ ਨੇ ਹਿੰਦੁਸਤਾਨ ਦੀ ਸਰਜ਼ਮੀਨ ਤੇ ਕੁਝ ਸਮਾਂ ਬਿਤਾਇਆ ਹੈ, ਉਹ ਥੋੜੀ ਦੇਰ ਲਈ ਆਪਣਾ ਧਿਆਨ ਉੱਥੇ ਲੈ ਜਾਓ। ਬਈ ਗਰਮੀਆਂ ਦੀ ਬਹਾਰ ਹੈ, ਕੋਈ ਕੁਲਫੀਆਂ ਵੇਚਣ ਵਾਲਾ ਗਲੀ ਦੇ ਵਿੱਚ ਹੋਕਾ ਦਿੰਦਾ ਜਾਂਦਾ ਹੈ ਵੀ ਕੋਈ ਕੁਲਫੀ ਲੈ ਲਓ। ਛੋਟਾ ਜਿਹਾ ਬੱਚਾ, ਉਹਨੇ ਧੱਕਾ ਮਾਰਿਆ, ਦਰਵਾਜ਼ੇ ਨੂੰ ਬਾਹਰ ਨਿਕਲ ਗਿਆ, ਨਿਕਲ ਕੇ ਉਸ ਫੇਰੀ ਵਾਲੇ ਨੂੰ ਕਹਿਣ ਲੱਗਾ ਲਿਆ ਕੁਲਫੀ। ਉਹ ਕਹਿਣ ਲੱਗਾ ਪੈਸੇ? ਕਹਿਣ ਲੱਗਾ ਪੈਸੇ ਲਿਆ ਕੇ ਦੇਣਾ, ਮਾਂ ਕੋਲੋਂ ਲਿਆ ਕੇ ਦਿਆਂਗਾ ਪੈਸੇ, ਕੁਲਫੀ ਦੇ। ਕੁਲਫੀ ਉਹਨੇ ਹੱਥ 'ਚ ਫੜਾ ਦਿੱਤੀ, ਫੜਦਿਆਂ ਸਾਰ ਚੰਚਲ ਬੱਚੇ ਨੇ ਮੂੰਹ ਵਿੱਚ ਪਾ ਲਈ ਤੇ ਚੂਪਦਾ ਚੂਪਦਾ ਘਰ ਆ ਗਿਆ। ਬੜੀ ਸੋਹਣੀ ਉਹਨਾਂ ਨੇ ਉਦਾਹਰਨ ਦਿੱਤੀ ਹੈ, ਹਾਸੇ ਨਾ ਪਾਇਆ ਜੇ, ਵੀ ਕੁਲਫੀ ਵਾਲੇ ਨੂੰ ਯਕੀਨ ਹੈ ਵੀ ਬੱਚੇ ਨੂੰ ਮਾਂ ਨੇ ਪੈਸੇ ਦੇ ਦੇਣੇ ਨੇ, ਤੇ ਮਾਂ ਬੱਚੇ ਨੂੰ ਯਕੀਨ ਹੈ ਵੀ ਜਦੋਂ ਕੁਲਫੀ ਲਈ ਆਂਦੀ ਹੈ ਤੇ ਹੁਣ ਮਾਂ ਮਨਾ ਥੋੜਾ ਕਰੇਗੀ। ਸਿੱਖ ਕੋਲ ਨੀਆਂ ਭਰਨ ਜੋਗੇ ਪੈਸੇ ਹੋਣ ਤੇ ਉਹਨੂੰ ਇੰਨਾ ਯਕੀਨ ਹੋਵੇ ਗੁਰੂ ਨੇ ਕੰਧਾਂ ਜੋਗੇ, ਲੈਂਟਰ ਜੋਗੇ, ਫਰਸ਼ ਜੋਗੇ, ਅਰਸ਼ ਜੋਗੇ ਦੇ ਦੇਣੇ। ਇੰਨੇ ਯਕੀਨ ਨਾਲ ਸਿੱਖ ਕਾਰਜ ਆਰੰਭ ਕਰੇ ਵੀ ਘਰ ਕੁਝ ਵੀ ਨਹੀਂ ਤੇ ਆਖੇ ਗੁਰੂ ਦਾ ਆਸਰਾ ਲੈ ਕੇ ਆਰੰਭ ਕਰਨ ਲੱਗਾ ਵਾਂ। ਜਿਹਦਾ ਕਾਰਜ ਕਰਨਾ ਤੇ ਉਹਨੇ, ਐਵੇਂ ਮੈਨੂੰ ਕਾਹਦੀ ਚਿੰਤਾ, ਮੈਂ ਤੇ ਐਵੇਂ ਕੱਠ ਪੁਤਲੀ ਆ, ਇੱਕ ਮੈਂ ਤੇ ਐਕਟਰ ਹਾਂ, ਡਾਇਰੈਕਟਰ ਤੇ ਕੋਈ ਹੋਰ ਹੈ, ਜਿਵੇਂ ਐਕਟਿੰਗ ਕਰਾਏਗਾ ਤਿਵੇਂ ਕਰ ਦਿਆਂਗਾ। ਇਤਨਾ ਦ੍ਰਿੜ ਨਿਸ਼ਚਾ ਹੋਵੇ ਸਿੱਖ ਦਾ ਵੀ ਮੈਨੂੰ ਮਾਲਕ ਨੇ ਮੌਕੇ ਸਿਰ ਮੇਰੀਆਂ ਲੋੜੀਂਦੀਆਂ ਵਸਤੂਆਂ ਹਰ ਹਾਲ ਦੇਣੀਆਂ ਹੀ ਦੇਣੀਆਂ ਨੇ, ਤੇ ਜਿੱਥੇ ਹੋਵੇ ਯੱਕੋ ਤੱਕੀ ਖੌਰੇ ਕੀ ਹੋਵੇਗਾ, ਕੁਝ ਬਣੇਗਾ ਕਿ ਨਾ ਬਣੇਗਾ, ਉੱਥੇ ਨਹੀਂ। ਜਿੱਥੇ ਸੱਚੀ ਮੁੱਚੀ ਕੋਈ ਸੰਤ ਬਿਰਤੀ ਦਾ ਧਾਰਨੀ ਗੁਰੂ ਵਿੱਚ ਯਕੀਨ ਕਰ ਲੈ, ਫਿਰ ਉੱਥੇ ਬਚਨ ਕਹਿ ਜਾਂਦੇ ਨੇ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਫਿਰ ਤੇ ਧੰਨੇ ਜੱਟ ਦੇ ਜਿਵੇਂ ਕਿਆਰੇ ਮੋੜਦਾ ਸੀ, ਮੋਢੇ ਤੇ ਕਈ ਰੱਖ ਕੇ ਨੱਕੇ ਵੀ ਮੋੜਦਾ ਫਿਰਦਾ, ਪਰ ਯਕੀਨ ਧੰਨੇ ਵਰਗਾ ਅੰਦਰ ਸਾਡੇ ਆ ਜਾਏ। ਮੈਂ ਜਿਸ ਪਾਸੇ ਆਪ ਜੀ ਦਾ ਧਿਆਨ ਦਵਾਰਿਆ ਸਾਂ, ਕਹਿਣ ਲੱਗੇ ਪ੍ਰਮਾਤਮਾ ਨੂੰ ਮਾਨੋ ਇੱਕ ਸਾਗਰ ਹੈ। ਸਰਦਾਰ ਰਘਬੀਰ ਸਿੰਘ ਬੀਰ ਕਹਿਣ ਲੱਗੇ ਪ੍ਰਮਾਤਮਾ ਇੱਕ ਸਾਗਰ ਹੈ
ਤੇ ਮਨੁੱਖ ਮਾਨੋ ਇੱਕ ਛੋਟਾ ਜਿਹਾ ਤਲਾਬ ਏ, ਇੱਕ ਛੋਟਾ ਜਿਹਾ ਸਰੋਵਰ ਏ, ਇੱਕ ਛੋਟੀ ਜੀ ਛਪੜੀ ਏ, ਇੱਕ ਛੋਟਾ ਜਿਹਾ ਜੋੜ ਏ। ਤੇ ਕਹਿਣ ਲੱਗੇ ਉਸ ਤਾਲਾਬ ਨੂੰ ਉਸ ਸਾਗਰ ਨਾਲ ਕਿਸੇ ਦਾਨੇ ਨੇ ਜੋੜਿਆ, ਇੱਕ ਖਾਲੀ ਜਾਂ ਆੜ ਜਿਹਨੂੰ ਅਸੀਂ ਕਹਿ ਲੈਂਦੇ ਆ ਪੱਟ ਕੇ। ਉਸ ਆੜ ਦੇ ਵਿੱਚੋਂ ਜਦੋਂ ਸਾਗਰ ਚੋਂ ਛੱਲਾ ਮਾਰ ਮਾਰ ਕੇ ਪਾਣੀ ਆਉਂਦਾ ਨਾ ਗੁਰੂ ਸਵਾਰੇ ਜੀ, ਤੇ ਉਹ ਛੱਲਾਂ ਨਾਲ ਪਾਣੀ ਸਾਗਰ ਚੋਂ ਤੁਰ ਕੇ ਤੇ ਉਸ ਸਰੋਵਰ ਤੱਕ ਜਾਂਦਾ ਹੈ, ਉਸ ਸਰੋਵਰ ਨੂੰ ਭਰ ਦਿੰਦਾ। ਖਿਆਲ ਕਰਨਾ, ਜੇ ਉਹ ਨਾਲੀ, ਉਹ ਆੜ, ਉਹ ਖਾਲਾ ਸਾਫ਼ ਹੈ, ਜਿਸ ਖਾਲੇ ਨਾਲ ਸਰੋਵਰ ਸਾਗਰ ਨਾਲ ਜੁੜਿਆ ਹੈ, ਤੇ ਸਰੋਵਰ ਦਾ ਕਦੀ ਸੁੱਕਣ ਦਾ, ਕਦੀ ਮੁੱਕਣ ਦਾ, ਕਦੀ ਉੱਕਣ ਦਾ ਮਤਲਬ ਹੀ ਨਹੀਂ। ਪਰ ਕਹਿਣ ਲੱਗੇ ਸਮੱਸਿਆ ਹੈ ਵੀ ਜਿਹੜੀ ਅਰਦਾਸ ਰੂਪੀ ਨਾਲੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਅਮੀਰ ਬਣਾਉਂਦੀ ਏ, ਕਈ ਵਾਰ ਸਾਡੀ ਉਸ ਆੜ ਵਿੱਚ, ਸਾਡੀ ਉਸ ਖਾਲੀ ਵਿੱਚ ਨਾ ਕਈ ਤਰ੍ਹਾਂ ਦਾ ਗੰਦ-ਮੰਦ ਭਰ ਜਾਂਦਾ। ਪੁੱਛਿਆ ਉਹ ਕਿਵੇਂ? ਕਹਿਣ ਲੱਗੇ ਵੀ ਵੇਖੋ, ਆੜ ਹੋਵੇ ਸਰੋਵਰ ਨੂੰ, ਤਲਾਬ ਨੂੰ ਸਾਗਰ ਨਾਲ ਜੋੜਨ ਵਾਲੀ, ਤੇ ਉਸ ਆੜ ਦੇ ਵਿੱਚ ਸਾਧ ਸੰਗਤ ਮਲਬਾ ਡਿੱਗ ਪਵੇ, ਇੱਟਾਂ ਰੋੜੇ ਡਿੱਗ ਪੈਣ, ਕੱਖ ਕਾਣ ਡਿੱਗ ਪਵੇ, ਤੇ ਉਹਦਾ ਸੰਪਰਕ ਸਾਗਰ ਨਾਲੋਂ ਟੁੱਟ ਜਾਂਦਾ ਹੈ। ਤੇ ਕਹਿਣ ਲੱਗੇ ਚਲੋ ਇਹ ਤੇ ਗੱਲ ਸਮਝ ਆਈ, ਪਰ ਆਤਮਾ ਤੇ ਪ੍ਰਮਾਤਮਾ ਦੇ ਵਿਚਕਾਰ ਜਿਹੜੀ ਅਰਦਾਸ ਦੀ ਖਾਲੀ ਏ, ਜਿਹੜੀ ਅਰਦਾਸ ਦੀ ਆੜ ਏ, ਉਹਦੇ ਵਿੱਚ ਕਿਹੜਾ ਮਲਬਾ ਡਿੱਗਣ ਦਾ ਖਦਸ਼ਾ ਤੇ ਖਤਰਾ ਹੈ? ਕਹਿਣ ਲੱਗੇ ਆਓ ਮੈਂ ਦੱਸਣਾ। ਉਹਦੇ ਵਿੱਚ ਕਈ ਤਰ੍ਹਾਂ ਦੇ ਇੱਟੇ ਰੋੜੇ ਡਿੱਗਣ ਦਾ ਡਰ ਏ। ਸਭ ਤੋਂ ਪਹਿਲਾਂ ਉਹਦੇ 'ਚ ਪੱਥਰ ਇਹ ਡਿੱਗਦਾ ਹੈ ਬਈ ਅਰਦਾਸ ਕਰਨ ਵਾਲੇ ਦੇ ਮਨ ਵਿੱਚ ਇਹ ਜੇ ਸ਼ੰਕਾ ਆ ਜਾਏ ਵੀ ਮਨਾ ਤੂੰ ਅਰਦਾਸ ਤੇ ਕਰ ਰਿਹਾ, ਤੇ ਜਿਹਦੇ ਅੱਗੇ ਤੂੰ ਅਰਦਾਸ ਕਰਨਾ ਹੈ, ਜਿਹਨੂੰ ਤੂੰ ਰੱਬ ਕਹਿਣਾ ਹੈ, ਜਿਹਨੂੰ ਤੂੰ ਈਸ਼ਵਰ ਕਹਿਣਾ ਹੈ, ਜਿਹਨੂੰ ਤੂੰ ਅਕਾਲ ਕਹਿਣਾ ਹੈ, ਜਿਹਨੂੰ ਤੂੰ ਪ੍ਰਭੂ ਜਾਂ ਹਰੀ ਕਹਿਣਾ ਹੈ, ਉਹ ਖਰੇ ਹੈ ਵੀ ਕਿ ਨਹੀਂ? ਜੇ ਇਹੀ ਮਨ ਵਿੱਚ ਸੰਕਲਪ ਨਹੀਂ ਆਇਆ, ਜੇ ਨਿਸ਼ਚਾ ਦ੍ਰਿੜ ਨਹੀਂ ਵੀ ਸ਼ੱਕ ਕਰੋ ਜੇ ਦੂਸਰ ਹੋਏ, ਉਹਦੇ ਤੋਂ ਸਿਵਾ ਤੇ ਹੋਰ ਕੋਈ ਹੈ ਹੀ ਨਹੀਂ। ਮੱਛੀ ਕਿਸੇ ਦੂਜੀ ਮੱਛੀ ਨੂੰ ਪੁੱਛੇ ਵੀ ਇਹ ਮੱਛੀ, ਮੈਂ ਸੁਣਿਆ ਵੀ ਪਾਣੀ ਵੀ ਹੁੰਦਾ ਹੈ, ਤੇ ਉਹ ਹੱਸੇਗੀ ਵੀ ਇਹ ਮੂਰਖ, ਪਾਣੀ ਹੀ ਤੇ ਤੇਰਾ ਜੀਵਨ ਹੈ, ਪਾਣੀ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦੀ? ਤੇ ਇਨਸਾਨ ਇਹ ਕਵੇ ਮੈਂ ਸੁਣਿਆ ਪ੍ਰਮਾਤਮਾ ਹੈ, ਤੇ ਸਿਆਣਾ ਕਹਿੰਦਾ ਜੇ ਪ੍ਰਮਾਤਮਾ ਨਾ ਹੁੰਦਾ ਤੇ ਤੇਰੀ ਆਤਮਾ ਕਿੱਥੋਂ ਆਉਂਦੀ? ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਨਸ। ਉਸੇ ਦੀ ਤੇ ਤੂੰ ਸੰਤਾਨ ਹੈ, ਉਸੇ ਦੀ ਤੇ ਤੂੰ ਅੰਸ਼ ਬੰਸ ਹੈ। ਸਭ ਤੋਂ ਪਹਿਲਾ ਪੱਥਰ ਉਹਦੇ ਵਿੱਚ ਇਹ ਡਿੱਗਦਾ ਹੈ ਜਿਹੜਾ ਸਰੋਵਰ ਨੂੰ ਸਾਗਰ ਨਾਲ ਅਰਦਾਸ ਰੂਪੀ ਆੜ ਜੋੜਦੀ ਏ, ਵੀ ਜਿਸ ਰੱਬ ਅੱਗੇ ਅਸੀਂ ਜੋਦੜੀ ਕਰਨ ਲੱਗੇ ਆਂ, ਤਰਲਾ ਲੈਣ ਲੱਗੇ ਆਂ, ਖੌਰੇ ਉਹ ਰੱਬ ਹੈ ਕਿ ਨਹੀਂ? ਸਭ ਤੋਂ ਪਹਿਲਾ ਵਿਸ਼ਵਾਸ ਇਹ ਹੋਵੇ ਹੈ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦ ਸੁਣਦਾ, ਸਦ ਵੇਖਦਾ, ਉਹ ਤੇ ਦੋ ਕਾਲੰਗ ਪ੍ਰਨਾਸੀ, ਦਿਆਲੰਗ ਸਰੂਪੇ, ਸਦਾ ਅੰਗ ਸੰਗੇ, ਅਪੰਗੰਗ ਪਬੂਤੇ। ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮ ਹੈਗਾ। ਇਹ ਵਿਸ਼ਵਾਸ ਹੋਵੇ ਅਰਦਾਸ ਕਰਨ ਵਾਲੇ ਦਾ ਵੀ ਜਿਹਦੇ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਹੈ। ਅਗਲੀ ਉਹਦੇ ਵਿੱਚ ਪੱਥਰ ਕੀ ਡਿੱਗਦਾ ਅਰਦਾਸ ਰੂਪੀ ਆੜ ਵਿੱਚ, ਵੀ ਚਲੋ ਮੰਨ ਲਿਆ ਰੱਬ ਹੈ। ਅਗਲੀ ਗੱਲ ਇਹ ਵੇ ਵੀ ਜਿਹੜੀ ਮੈਂ ਅਰਦਾਸ ਕਰ ਰਿਹਾ ਖੌਰੇ ਉਹਦੇ ਕੰਨਾਂ ਤੱਕ ਪਹੁੰਚਦੀ ਵੀ ਹੈ ਕਿ ਨਹੀਂ ਪਹੁੰਚਦੀ, ਉਹ ਸੁਣਦਾ ਵੀ ਹੈ ਕਿ ਨਹੀਂ ਸੁਣਦਾ। ਤੇ ਕਹਿਣ ਲੱਗੇ ਇੱਕ ਗੱਲ ਖਿਆਲ ਰੱਖਣਾ ਵੀ ਤੇਰੀ ਹਰ ਗੱਲ ਉਹਦੇ ਕੰਨਾਂ ਤੱਕ ਪਹੁੰਚਦੀ ਹੈ, ਪਰ ਇੱਕ ਗੱਲ ਦਾ ਖਿਆਲ ਰੱਖਣਾ ਇਹ ਵੀ ਉਸ ਮਾਲਕ ਦੇ ਦਰਬਾਰ ਵਿੱਚ ਨਾ ਹਾਥੀ ਚਿੰਗਾਰ ਮਾਰੇ, ਨਾ ਹਾਥੀ ਚੀਖ ਮਾਰੇ, ਤੇ ਉਹ ਆਵਾਜ਼ ਦੇਰ ਨਾਲ ਪਹੁੰਚਦੀ ਹੈ, ਤੇ ਰੇਂਗ ਕੇ ਚੱਲਣ ਵਾਲੀ ਕੀੜੀ ਦੀ ਆਵਾਜ਼ ਹਾਥੀ ਦੀ ਚਿੰਗਾਰ ਨਾਲੋਂ ਪਹਿਲੋਂ ਪਹੁੰਚ ਜਾਂਦੀ। ਹੰਕਾਰੀ ਦੀ ਗੱਲ ਉੱਥੇ ਦੇਰ ਨਾਲ ਅਪੜਦੀ ਏ, ਤੇ ਸਨਿਮਰ ਕੀੜੀ ਵਰਗੇ ਦੀ ਗੱਲ ਉੱਥੇ ਛੇਤੀ ਅਪੜ ਜਾਂਦੀ ਏ। ਜੇ ਮਾਲਕ ਕੋਲ ਅਰਦਾਸ ਕਰਨੀ ਏ ਤੇ ਹਾਥੀ ਬਣ ਕੇ ਨਹੀਂ, ਕੋਸ਼ਿਸ਼ ਕਰੀ ਵੀ ਕੀੜੀ ਬਣ ਕੇ ਉਹਦੇ ਕੋਲ ਅਰਦਾਸ ਕਰਾਂ, ਅਪੜੇਗੀ ਜ਼ਰੂਰ। ਕਹਿਣ ਲੱਗੇ ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚਤ ਤਹਾਂ, ਤੇ ਕੀੜੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਕੀੜੀ ਦੀ ਪੁਕਾਰ ਉੱਥੇ ਪਹਿਲੋਂ ਸੁਣੀ ਜਾਂਦੀ ਏ। ਦੂਜਾ ਸਿੱਖ ਦਾ ਯਕੀਨ ਇਹ ਹੋਵੇ ਵੀ ਮੇਰੀ ਪੁਕਾਰ ਮਾਲਕ ਤੱਕ ਪਹੁੰਚ ਰਹੀ। ਤੀਜੀ ਫਿਰ ਸ਼ੰਕਾ ਸਰਦਾਰ ਰਘਬੀਰ ਸਿੰਘ ਵੀਰ ਸਾਹਿਬ ਨੇ ਬੜੀਆਂ ਸੋਹਣੀਆਂ ਸੇਧਾਂ ਦਿੱਤੀਆਂ ਨੇ, ਮਨੁੱਖਤਾ ਦਾ ਭਲਾ ਕੀਤਾ ਹੈ ਉਸ ਗੁਰਮੁਖ ਪਰਉਪਕਾਰੀ ਰੂਹ ਨੇ। ਕਹਿਣ ਲੱਗੇ ਤੀਜਾ ਮਨ ਵਿੱਚ ਸ਼ੰਕਾ ਇਹ ਉਤਪੰਨ ਹੋ ਜਾਂਦਾ ਹੈ, ਚਲੋ ਮੰਨ ਲਿਆ ਰੱਬ ਹੈ, ਨੰਬਰ 2 ਮੇਰੀ ਅਰਦਾਸ ਉਥੋਂ ਤੱਕ ਪਹੁੰਚ ਰਹੀ ਹੈ, ਇਹ ਵੀ ਮੰਨ ਲਿਆ। ਹੁਣ ਤੀਜੀ ਸਮੱਸਿਆ ਹੈ ਜਿਹੜੀ ਵਸਤੂ ਮੈਂ ਮੰਗੀ ਹੈ ਖੌਰੇ ਰੱਬ ਕੋਲ ਉਹ ਹੈ ਵੀ ਕਿ ਨਹੀਂ। ਤੇ ਇਹ ਸਿੱਖ ਨੂੰ ਯਕੀਨ ਹੋਵੇ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ, ਉਹਦੇ ਕੋਲ ਸਭ ਕੁਝ। ਮੈਂ ਕਈ ਵਾਰ ਅਰਜ਼ ਕਰਨਾ ਹੁੰਨਾ ਵੀ ਦੁਨੀਆ ਦੇ ਅੰਦਰ ਬੜੇ ਬੜੇ ਅਮੀਰ ਨੇ, ਐਸੇ ਐਸੇ ਮੁਲਕ ਨੇ ਜਿਨ੍ਹਾਂ ਨੇ ਇਹਨਾਂ ਕੁ ਅਨਾਜ, ਇਹਨਾਂ ਕੁ ਖਾਣ ਪੀਣ ਦਾ ਸਮਾਨ ਜਮ੍ਹਾਂ ਕੀਤਾ ਹੈ,
ਵੀ ਉਹ ਕਹਿੰਦੇ ਨੇ 20 ਸਾਲ ਕਾਲ ਪੈ ਜਾਏ, 50 ਸਾਲ ਕਾਲ ਪੈ ਜਾਏ, 100 ਸਾਲ ਕਾਲ ਪੈ ਜਾਏ, ਸਾਡੇ ਕੋਲ ਇੰਤਜ਼ਾਮ ਹੈ। ਵੀ ਚਲੋ ਘੱਟੋ ਘੱਟ 100 ਸਾਲ ਦਾ ਹੀ ਹੈ, 200 ਸਾਲ ਦਾ ਤੇ ਨਹੀਂ, 2 ਸਦੀਆਂ ਦਾ ਤੇ ਸਮਾਨ ਤੁਹਾਡੇ ਕੋਲ ਕੋਈ ਨਹੀਂ ਨਾ, 2 ਯੁੱਗਾਂ ਦਾ ਸਮਾਨ ਤੇ ਕੋਈ ਨਹੀਂ ਨਾ। ਪਰ ਮੇਰੇ ਮਾਲਕ ਦੀ ਇੱਕ ਤਾਰੀਫ ਹੈ, ਉਹਦੇ ਗੋਦਾਮ ਇਤਨੇ ਕੁ ਵੱਡੇ ਨੇ, ਇੰਨੇ ਵੱਡੇ ਗੋਦਾਮ ਨੇ। ਤੇ ਕਮਾਲ ਦੀ ਗੱਲ ਇਹ ਵੇ ਵੀ ਉਹਨੂੰ ਇਹ ਨਹੀਂ ਵੀ ਸਾਲ ਬਾਅਦ 6 ਮਹੀਨੇ ਬਾਅਦ ਜਿਣਸ ਆਉਂਦੀ ਹੈ ਤੇ ਉਹ ਸਟੋਰ ਕਰਦਾ ਹੈ, ਜਾਂ ਚਲੋ ਵੀ 1 ਸਦੀ ਦਾ ਸਮਾਨ ਹੈ, ਸਦੀ ਬਾਅਦ ਵਿਹਲੇ ਹੋ ਜਾਣਗੇ ਫਿਰ ਸਟੋਰ ਕਰੇਗਾ ਨਾ। ਜੋ ਕਿਛ ਪਾਇਆ ਸੋ ਇੱਕ ਆਵਾ, ਇੱਕੋ ਵਾਰੀ ਗੋਦਾਮ ਸਟੋਰ ਕਰ ਲਏ ਨੇ। ਹੁਣ ਦੂਆਂ ਹੱਥਾਂ ਨਾਲ ਵੰਡਦਾ ਹੈ, ਦੇਂਦਾ ਦੇ ਤੇ ਲੈਂਦੇ ਥੱਕ ਪਾਹੈ, ਜੁਗਾਂ ਜੁਗੰਤਰ ਖਾਈ ਖਾ। ਸ਼ਰਤ ਇਹ ਵੇ ਵੀ ਮੰਗ ਮਾਲਕ ਕੋਲ। ਸੰਸਾਰ ਦੇ ਅੰਦਰ ਜੇ ਕੁਝ ਝੋਲੀ ਅੱਡ ਮੰਗਣਾ ਹੈ ਤੇ ਬੰਦਿਆ ਖਿਆਲ ਰੱਖੀ, ਬੰਦੇ ਕੋਲ ਝੋਲੀ ਨਾ ਆਡਰੀ, ਤੈਨੂੰ ਭੁਲੇਖਾ ਇਹ ਅਮੀਰ ਹੈ। ਜਦੋਂ ਤੂੰ ਇਹਦੇ ਕਰੀਬ ਜਾ ਕੇ ਇਹਨੂੰ ਫੋਲੇਗਾ ਤੈਨੂੰ ਪਤਾ ਲੱਗੇਗਾ ਮੇਰੇ ਨਾਲੋਂ ਵੀ ਜ਼ਿਆਦਾ ਭੁੱਖਾ ਹੈ ਵਿਚਾਰਾ। ਸੰਸਾਰ ਵਿੱਚ ਰੱਜਿਆ ਕੌਣ ਹੈ? ਮੈਂ ਇੱਕ ਸਾਖੀ ਪੜ੍ਹੀ ਹੈ ਵੀ ਬਾਜ਼ਾਰ ਦੇ ਵਿੱਚ ਇੱਕ ਨੇਤਰਹੀਨ ਭਿਖਾਰੀ, ਉਹ ਵੀ ਨੇਤਰਹੀਨ ਵਿਚਾਰਾ, ਤਰਸ ਦਾ ਪਾਤਰ। ਨੇਤਰਹੀਨ ਭਿਖਾਰੀ ਵਿਚਾਰੇ ਨੂੰ ਅੱਖਾਂ ਨਾਲ ਦਿਸਦਾ ਕੁਝ ਨਹੀਂ, ਤੇ ਕਹਿੰਦੇ ਨੇ ਕਿਸੇ ਦੇ ਪੈਰਾਂ ਦੀ ਆਹਟ, ਕਦਮਾਂ ਦਾ ਖੜਾਕ ਸੁਣ ਕੇ ਉਹਨੇ ਆਪਣੀ ਬਗਲ ਚੋਂ ਭਿਕਸ਼ਾ ਦਾ ਪਾਤਰ ਕੱਢਿਆ ਤੇ ਹਵਾ ਵਿੱਚ ਫੈਲਾ ਦਿੱਤਾ। ਵੀ ਕਦਮਾਂ ਦੀ ਆਵਾਜ਼ ਆਈ ਏ, ਕੋਈ ਦਾਤਾ ਆ ਰਿਹਾ ਹੈ, ਭਿਕਸ਼ਾ ਦਾ ਪਾਤਰ ਫੈਲਾਵਾਂਗਾ, ਉਹ ਜਾਂਦਾ ਜਾਂਦਾ ਵਿੱਚ ਕੁਝ ਪਾ ਦੇਗਾ। ਉਹਨੇ ਭਿਕਸ਼ਾ ਪਾਤਰ ਕੱਢਿਆ, ਕੱਢ ਕੇ ਹਵਾ ਵਿੱਚ ਫੈਲਾ ਦਿੱਤਾ ਵੀ ਕੋਈ ਦਾਤਾ ਆ ਰਿਹਾ, ਇਹਦੇ ਵਿੱਚ ਕੁਝ ਪਾ ਦੇਗਾ। ਦੈਵ ਨੇ ਅੱਗੋਂ ਆਉਣ ਵਾਲਾ ਵਿਅਕਤੀ ਜਿਹੜਾ ਉਹ ਵੀ ਨੇਤਰਹੀਨ, ਤੇ ਗਜ਼ਬ ਦੀ ਗੱਲ ਇਹ ਉਹ ਵੀ ਵਿਚਾਰਾ ਭਿਖਾਰੀ। ਉਹਨੇ ਸਮਝਿਆ ਵੀ ਅੱਗੋਂ ਹੋਰ ਕੋਈ ਦਾਤਾ ਆ ਰਿਹਾ, ਉਹਨੇ ਭਿਕਸ਼ਾ ਪਾਤਰ ਬਗਲ ਚੋਂ ਕੱਢਿਆ, ਉਹਨੇ ਵੀ ਆਵਾਜ਼ ਫੈਲਾਤਾ। 2 ਭਿਖਾਰੀ ਬਾਜ਼ਾਰ ਵਿੱਚ ਖੜੇ ਨੇ, ਇੱਕ ਉਹਦੇ ਸਾਹਮਣੇ ਭਿਕਸ਼ਾ ਦਾ ਪਾਤਰ ਕਰਕੇ ਖੜਾ ਹੈ ਤੇ ਦੂਜਾ ਉਹਦੇ ਸਾਹਮਣੇ ਕਰਕੇ ਖੜਾ। ਦੋਵੇਂ ਉਡੀਕ ਰਹੇ ਨੇ ਕੁਝ ਡਿੱਗੇਗਾ। ਇੰਨੀ ਦੇਰ ਨੂੰ ਇੱਕ ਸਜਾਖਾ ਆ ਗਿਆ, ਉਹਨੇ ਕਦਮ ਡੋਲ ਬੋਚ ਕੇ ਤੇ ਥੋੜੀ ਦੇਰ ਦੇਖਿਆ ਵੀ ਇਹ ਕਰ ਕੀ ਰਹੇ ਨੇ। ਥੋੜੀ ਦੇਰ ਗੌਰ ਨਾਲ ਤੱਕਿਆ ਵੀ ਇਹ ਮਾਮਲਾ ਕੀ ਹੈ। 2 ਭਿਖਾਰੀ ਤੇ ਭਿਖਾਰੀ ਦੇ ਸਾਹਮਣੇ ਭਿਕਸ਼ਾ ਪਾਤਰ ਕਰਕੇ ਖੜਾ, ਮਿਲੇ ਉੱਥੋਂ ਕੀ। ਥੋੜੀ ਦੇਰ ਵੇਖ ਕੇ ਭਾਫ ਕੇ ਉਹਨਾਂ ਦੇ ਕੋਲ ਗਿਆ, ਇੱਕ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ, ਸੱਜਣ ਜੀ ਕਿਉਂ ਖੜੇ ਹੋ? ਕਹਿਣ ਲੱਗੇ ਜੀ ਇਧਰੋਂ ਆਵਾਜ਼ ਆਈ ਸੀ ਕਿਸੇ ਦਾਤੇ ਦੇ ਆਉਣ ਦੀ, ਮੈਂ ਸੋਚਿਆ ਕੋਈ ਦਾਤਾ ਹੈ, ਭਿਕਸ਼ਾ ਪਾਤਰ ਕੱਢਿਆ ਕੁਝ ਦੇ ਦੇਗਾ। ਦੂਜੇ ਨੂੰ ਪੁੱਛਿਆ, ਸੱਜਣਾ ਤੂੰ? ਆਖਣ ਲੱਗਾ ਮੈਂ ਸੋਚਿਆ ਇਧਰੋਂ ਕੋਈ ਦਾਤਾ ਆ ਰਿਹਾ, ਆਵਾਜ਼ ਆਈ ਸੀ, ਮੈਂ ਭਿਕਸ਼ਾ ਪਾਤਰ ਕੱਢ ਦਿੱਤਾ। ਉਹ ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਡੇ ਨੇਤਰ ਨਹੀਂਗੇ, ਤੁਹਾਨੂੰ ਦਿਸਦਾ ਨਹੀਂ, ਤੁਸੀਂ ਦੋਵੇਂ ਭਿਖਾਰੀ ਹੋ। ਤੇਰੇ ਸਾਹਮਣੇ ਜਿਹੜਾ ਖੜਾ ਹੈ ਉਹ ਦਾਤਾ ਨਹੀਂਗਾ, ਤੇ ਤੇਰੇ ਸਾਹਮਣੇ ਵੀ ਜਿਹੜਾ ਖੜਾ ਹੈ ਉਹ ਵੀ ਦਾਤਾ ਨਹੀਂ, ਤੁਸੀਂ ਦੋਵੇਂ ਨੇਤਰਹੀਨ ਹੋ ਤੇ ਦੋਵੇਂ ਭਿਖਾਰੀ ਹੋ। ਤੇ ਮੇਰਾ ਬਾਪੂ ਕਹਿੰਦਾ ਦੋਵੇਂ ਭਿਖਾਰੀ ਨਹੀਂ, ਸਗੋਂ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਹਨਾਂ ਹੈ ਵੀ ਇੱਕ ਬੰਦੇ ਦੀ ਮੰਗ ਹੈ ਵੀ ਮੈਨੂੰ ਕਾਰ ਚਾਹੀਦੀ ਹੈ ਜਿਹੜੀ $1,00,000 ਦੀ ਆਉਂਦੀ, ਤੁਸੀਂ ਕਹੋਗੇ ਵੀ ਉਹ ਅਮੀਰ ਹੈ, ਮੈਂ ਕਹਾਂਗਾ ਵੱਡਾ ਭਿਖਾਰੀ ਹੈ। ਜਿਹਦੀ ਵੱਡੀ ਮੰਗ ਹੈ ਵੱਡਾ ਭਿਖਾਰੀ, ਤੇ ਜਿਹਦੀ ਮੰਗ ਹੈ ਵੇ 2 ਪ੍ਰਸ਼ਾਦੇ, ਉਂਗਲ ਮੋਟੀਆਂ ਰੋਟੀਆਂ ਤੇ ਕੜਛਾ ਦਾਲ ਦਾ, ਸਿੰਘ ਹੀ ਉਹ ਕੁਝ ਭਾਲਦਾ, ਉਹ ਛੋਟਾ ਭਿਖਾਰੀ ਹੈ। ਤੇ ਜਿਹਦੀ ਮੰਗ ਵੱਡੀ ਹੈ, ਘਰ ਵੱਡਾ ਹੋਵੇ, ਕਾਰ ਵੱਡੀ ਹੋਵੇ, ਅਹੁਦਾ ਵੱਡਾ ਹੋਵੇ, ਉਹਨੂੰ ਤੁਸੀਂ ਛੋਟਾ ਭਿਖਾਰੀ ਕਿਵੇਂ ਕਹੋਗੇ? ਉਹ ਤੇ ਮਹਾ ਭੁੱਖਾ ਬੰਦਾ ਹੈ। ਵੱਡਾ ਭਿਖਾਰੀ ਉਹ ਹੈ ਜਿਹਦੀ ਵੱਡੀ ਮੰਗ ਹੈ। ਤੇ ਮੇਰਾ ਬਾਪੂ ਕਿਸੇ ਤੋਂ ਡਰਦਾ ਨਹੀਂ ਨਾ, ਚਲੋ ਮੇਰੇ ਵਰਗਾ ਤੇ ਡਰ ਵੀ ਜਾਂਦਾ ਹੈ। ਮੇਰਾ ਬਾਪੂ ਕਹਿੰਦਾ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਵੱਡੇ ਭਿਖਾਰੀ ਕਹਿੰਦਾ, ਕਿਉਂਕਿ ਤੁਸੀਂ ਮੰਗਣ ਲੱਗੇ ਬਸ ਹੀ ਨਹੀਂ ਕਰਦੇ, ਮੰਗੀ ਤੁਰੇ ਜਾਂਦੇ ਹੋ, ਮੰਗੀ ਤੁਰੇ ਜਾਂਦੇ ਹੋ। ਮੈਂ ਦਈ ਤੁਰਿਆ ਜਾਂਦਾ ਵਾ, ਪਰ ਤੁਸੀਂ ਏਡੇ ਢੀਠ ਹੋ, ਕਦੀ ਰੱਜਣ ਵਿੱਚ ਆਉਂਦੇ ਹੀ ਨਹੀਂ। ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਮੈਂ ਬੇਨਤੀ ਕਰ ਰਿਹਾ ਸਾਂ ਵੀ ਪਹਿਲੀ ਗੱਲ ਰੱਬ ਹੈਗਾ ਏ, ਦੂਜੀ ਗੱਲ ਰੱਬ ਤੱਕ ਸਾਡੀ ਅਰਦਾਸ ਪਹੁੰਚਦੀ ਏ, ਤੀਜੀ ਗੱਲ ਰੱਬ ਕੋਲੋਂ ਜੋ ਮੰਗੀਏ ਉਹ ਦਿੰਦਾ। ਹੋਰ ਕਿਤੇੋਂ ਕੁਝ ਮੰਗੀਏ ਹੋ ਸਕਦਾ ਮਿਲੇ, 1 ਦਿਨ ਮਿਲੇ, 2 ਦਿਨ ਮਿਲੇ, 3 ਦਿਨ ਮਿਲੇ, ਚੌਥੇ ਦਿਨ ਜਵਾਬ ਹੋ ਜਾਏ। ਗੁਰੂ ਸਵਾਰੀ ਰੂਹ, ਗੁਰਬਾਣੀ ਵਿੱਚ ਓਤ ਪੋਤ, ਗੁਰੂ ਪਿਆਰ ਵਿੱਚ ਨੁਚੜੀ ਹੋਈ ਭਿੱਜੀ ਹੋਈ ਰੂਹ। ਭਾਈ ਵੀਰ ਸਿੰਘ ਸਾਹਿਬ ਉਹਨਾਂ ਦੇ ਜੀਵਨ ਵਿੱਚ ਬੜੀ ਪਿਆਰੀ ਘਟਨਾ ਹੈ। ਕਹਿੰਦੇ ਨੇ ਗੁਰਦੁਆਰੇ ਵਿੱਚ ਵਿਖਿਆਨ ਕਰਕੇ ਮੈਂ ਹਟਿਆ, ਬਾਹਰ ਨਿਕਲੇ ਤੇ ਇੱਕ ਜਗਿਆਸੂ ਕੋਲ ਆ ਕੇ ਕਹਿਣ ਲੱਗਾ ਵੀ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ, ਬੜੀਆਂ ਸੋਹਣੀਆਂ ਵਿਚਾਰਾਂ ਕਰਦੇ ਹੋ, ਜੇ ਬੇਨਤੀ ਪ੍ਰਵਾਨ ਕਰੋ ਤੇ ਕਿਸੇ ਦਿਨ ਘਰ ਚਰਨ ਪਾਓ। ਭਾਈ ਵੀਰ ਸਿੰਘ ਸਾਹਿਬ ਕਹਿੰਦੇ ਨੇ ਵੀ ਰਜੇਵੇਂ ਬਹੁਤ ਸਨ। ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਇੱਕ ਸਵਾਲ ਆਇਆ ਵੀ ਵੀਰ ਸਿਆ ਕਿਸੇ ਦਿਨ ਇਹਦੇ ਘਰ ਚੱਲ ਕੇ ਵੇਖ ਵੀ ਇਹਦੇ ਮਨ ਵਿੱਚ ਸੱਚੀ ਮੁੱਚੀ ਸਿੱਖਾਂ ਦੇ ਪ੍ਰਤੀ ਕੋਈ ਪਿਆਰ ਹੈ ਜਾਂ ਡਰਾਮਾ ਕਰਦਾ। ਕਈ ਵਾਰ ਡਰਾਮੇ ਵੀ ਹੁੰਦੇ ਨੇ ਨਾ, ਵੀ ਸੱਚੀ ਮੁੱਚੀ ਕੋਈ ਕਹਾਣੀ ਹੈਗੀ ਏ ਕਿ ਐਵੇਂ ਸ਼ੋਸ਼ੇਬਾਜੀ ਲਿਫਾਫੇਬਾਜੀ ਹੋਈ ਏ। ਕਹਿੰਦੇ ਨੇ ਮੈਂ 8 ਦਾ ਉਹਨੂੰ ਕਿਹਾ ਵੀ ਮੈਂ ਆਵਾਂਗਾ, 5-7 ਦਿਨ ਹੀ ਕਹਿੰਦੇ ਮੈਂ ਗਿਆ ਤੇ ਮਨ ਵਿੱਚ ਸੰਕਲਪ ਬਣਾ ਕੇ ਗਏ ਵੀ ਉੱਥੇ ਕਿਉਂ ਚੱਲਿਆ ਵਾਂ, ਕੀ ਜਾ ਕੇ ਕਰਨਾ। ਗਏ, ਉਹਨੇ ਦਰਵਾਜ਼ਾ ਖੋਲਿਆ, ਦਸਤਕ ਦਿੱਤੀ, ਬੜਾ ਚਾਅ ਚੜਿਆ ਸਿੱਖ ਨੂੰ, ਚਾਈ ਮਲਹਾਰੀ ਜਾ ਕੇ ਅੰਦਰ ਬਿਠਾਇਆ, ਯਥਾ ਸ਼ਕਤ ਜਲ ਪਾਣੀ ਦੀ ਸੇਵਾ ਕੀਤੀ। ਤੇ ਭਾਈ ਸਾਹਿਬ ਆਪਣੇ ਮਨ ਵਿੱਚ ਇੱਕ ਪ੍ਰੋਗਰਾਮ ਬਣਾ ਕੇ ਗਏ ਸਨ,
ਵੀ ਵੇਖਣਾ ਹੈ ਸਿੱਖ ਦੇ ਅੰਦਰ ਕਿੰਨਾ ਕੁ ਸਬਰ ਦਾ ਜਜ਼ਬਾ ਹੈ, ਕਿੰਨੀ ਕੁ ਸਿੱਖੀ ਦੇ ਪ੍ਰਤੀ ਪਿਆਰ ਦੀ ਖੇਡ। ਕਹਿੰਦੇ ਨੇ ਮੈਂ ਘੜੀ ਬੈਠਾ, ਘੜੀ ਬਹਿਣ ਤੋਂ ਬਾਅਦ ਕਹਿੰਦੇ ਨੇ ਮੈਂ ਜਿਹੜੀ ਪਲੈਨਿੰਗ ਬਣਾਈ ਸੀ, ਯੋਜਨਾ ਬਣਾਈ ਸੀ, ਉਹਦੇ ਤਹਿਤ ਕਿਹਾ ਵੀ ਗੁਰਸਿੱਖ ਜੀ ਅਸਲ ਵਿੱਚ ਮੈਂ ਜਾ ਰਿਹਾ ਸਾਂ ਕਿਤੇ ਕੰਮ ਤੇ, ਜ਼ਰੂਰੀ ਕੰਮ ਤੇ ਮੇਰੀ ਜਿਹੜੀ ਪਾਕਟ ਮਨੀ ਸੀ ਉਹ ਕਿਤੇ ਡਿੱਗ ਪਈ ਹੈ, ਜਾਂ ਕਿਸੇ ਜੇਬ ਕਤਰੇ ਨੇ ਜੇਬ ਕੱਟ ਲਈਏ, ਤੇ ਕਹਿਣ ਲੱਗੇ ਵੀ ਮੈਨੂੰ 50 ਰੁਪਏ ਚਾਹੀਦੇ ਨੇ। ਬੜੇ ਸਾਲਾਂ ਦੀ ਗੱਲ ਹੈ, ਉਦੋਂ ਵੈਲਿਊ ਸੀ 50 ਰੁਪਏ ਦੀ, ਮੈਨੂੰ 50 ਰੁਪਏ ਚਾਹੀਦੇ। ਇਹ ਕਹਿਣ ਲੱਗਾ ਮਹਾਰਾਜ ਘਰ ਹੀ ਤੁਹਾਡਾ ਹੈ, 50 ਰੁਪਈਆਂ ਦੀ ਕਿਹੜੀ ਗੱਲ ਹੈ। ਬੜੇ ਅਦਬ ਸਤਿਕਾਰ ਨਾਲ 50 ਰੁਪਏ ਲਿਆ ਕੇ ਭਾਈ ਜੀ ਦੇ ਅੱਗੇ ਰੱਖ ਦਿੱਤੇ। ਭਾਈ ਸਾਹਿਬ ਕਹਿੰਦੇ ਨੇ ਮੈਂ ਜੇਬ ਚ ਪਾ ਕੇ ਆ ਗਏ। ਹਾਲਾਂਕਿ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਖਾਂਦੇ ਪੀਂਦੇ ਸਰਦੇ ਪੁੱਜਦੇ ਘਰ ਨਾਲ ਸੰਬੰਧਿਤ ਨੇ, ਪਰ ਸਿਰਫ ਸਿੱਖ ਦੀ ਪਰਖ ਲੈਣ ਲਈ ਵਾਪਸ ਆ ਗਏ। 5-7 ਦਿਨ ਹੀ ਕਹਿੰਦੇ ਨੇ ਮੈਂ ਫਿਰ ਗਿਆ, ਦਰਵਾਜ਼ੇ ਤੇ ਦਸਤਕ ਦਿੱਤੀ, ਦਰਵਾਜ਼ਾ ਖੁੱਲਿਆ, ਅੰਦਰ ਅਦਬ ਸਤਿਕਾਰ ਨਾਲ ਲੈ ਗਏ, ਬਿਠਾਇਆ, ਤੇ ਕਹਿੰਦੇ ਨੇ ਜਲ ਪਾਣੀ ਛਕਣ ਤੋਂ ਬਾਅਦ ਮੈਂ ਆਖਿਆ ਵੀ ਗੁਰਮੁਖ ਜੀ ਗੁੱਸਾ ਨਾ ਕਰਿਓ, ਮੇਰੇ ਨਾਲ ਅੱਜ ਫਿਰ ਉਹੀ ਭਾਣਾ ਵਾਪਰ ਗਿਆ ਤੇ ਮੈਨੂੰ ਤੁਸੀਂ ਖਿਮਾ ਕਰਨਾ, ਗੁੱਸਾ ਨਾ ਕਰਿਓ, 50 ਰੁਪਏ ਚਾਹੀਦੇ। ਕਹਿੰਦੇ ਨੇ ਆਖਣ ਲੱਗਾ ਮਹਾਰਾਜ ਕੋਈ ਗੱਲ ਨਹੀਂ, ਐਤਕੀ ਬਹੁਤੀਆਂ ਗੱਲਾਂ ਨਹੀਂ ਆਖੀਆਂ ਵੀ ਘਰ ਤੁਹਾਡਾ ਹੈ ਬਾਹਰ ਤੁਹਾਡਾ ਹੈ, ਕੋਈ ਗੱਲ ਨਹੀਂ, ਹੋਰ ਹੁਕਮ ਕਰੋ। ਥੋੜੀਆਂ ਜੀਆਂ ਗੱਲਾਂ ਕਹਿ ਕੇ 50 ਰੁਪਏ ਲਿਆ ਕੇ ਰੱਖ ਦਿੱਤੇ। ਭਾਈ ਜੀ ਕਹਿੰਦੇ ਨੇ ਹਫ਼ਤੇ ਬਾਅਦ ਮੈਂ ਫਿਰ ਜਾ ਦਰਵਾਜ਼ੇ ਤੇ ਦਸਤਕ ਦਿੱਤੀ, ਦਰਵਾਜ਼ਾ ਖੁੱਲਿਆ, ਕਹਿੰਦੇ ਨੇ ਅੰਦਰ ਗਿਆ, ਜਲ ਪਾਣੀ ਛਕਾਇਆ ਯਥਾ ਸ਼ਕਤ, ਪਰ ਤੇਵਰ ਜਿਹੜੇ ਸਨ ਉਹ ਬਦਲ ਗਏ, ਤੇਵਰ ਥੋੜੇ ਬਦਲ ਗਏ। ਬਿਠਾਇਆ ਤੇ ਕਹਿਣ ਲੱਗੇ ਗੁਰਸਿੱਖ ਜੀ ਖਿਮਾ ਕਰਨਾ, ਤੁਸੀਂ ਬੁਰਾ ਜ਼ਰੂਰ ਮਨਾਓਗੇ, ਪਰ ਪਤਾ ਨਹੀਂ ਦੈਵਨੇਤ ਕੁਝ ਭਾਣਾ ਇਸ ਤਰ੍ਹਾਂ ਦਾ ਵਾਪਰਦਾ, ਜਦੋਂ ਮੈਂ ਤੁਹਾਡੇ ਵੱਲ ਆਉਣਾ ਉਦੋਂ ਹੀ ਇਸ ਤਰ੍ਹਾਂ ਦੀ ਗੱਲ ਵਾਪਰਦੀ, ਅੱਜ ਮੇਰੇ ਨਾਲ ਫਿਰ ਉਹੀ ਭਾਣਾ ਵਾਪਰ ਗਿਆ ਜੀ, ਤੇ ਮੈਨੂੰ ਅੱਜ 50 ਰੁਪਏ ਫਿਰ ਚਾਹੀਦੇ ਨੇ। ਕਹਿਣ ਲੱਗਾ ਯੱਕੋ ਤੱਕੀ ਕਰਕੇ ਉਹਨੇ ਲਿਆ ਦਿੱਤੇ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਮੈਂ ਹਫ਼ਤੇ ਬਾਅਦ ਫਿਰ ਪਹੁੰਚ ਗਿਆ, ਦਸਤਕ ਦਿੱਤੀ, ਐਤਕੀ ਦਰਵਾਜ਼ਾ ਨਹੀਂ ਖੁੱਲਾ। ਉਹ ਸੱਜਣ ਪੌੜੀਆਂ ਤੇ ਚੜ ਕੇ ਮਕਾਨ ਦੀ ਛੱਤ ਤੇ ਚੜਿਆ, ਉਹਨੇ ਤੱਕਿਆ ਤੇ ਵੀਰ ਸਿੰਘ ਖੜਾ ਹੈ। ਕਹਿਣ ਲੱਗੇ ਮੈਂ ਘੰਟਾ ਪਰ ਦਰਵਾਜ਼ੇ ਤੇ ਖੜਾ ਰਿਹਾ, ਦਰਵਾਜ਼ਾ ਨਹੀਂ ਖੁੱਲਿਆ। ਸੰਸਾਰੀਆਂ ਦੇ ਦਰਵਾਜ਼ੇ ਕਿੰਨੇ ਦਿਨ ਖੁੱਲੇ ਰਹਿਣਗੇ? 1 ਦਿਨ, 2 ਦਿਨ, 3 ਦਿਨ, 4 ਦਿਨ, 10 ਦਿਨ, 20 ਦਿਨ, ਇੱਕ ਦਿਨ ਜ਼ਰੂਰ ਕਪਾਟ ਬੰਦ ਹੋ ਜਾਣਗੇ, ਪਰ ਮੇਰੇ ਮਾਲਕ ਦਾ ਜਿਹੜਾ ਦਰਵਾਜ਼ਾ ਹੈ, ਜੇ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਹਜ਼ੂਰ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ ਵੀ ਜੇ ਮੰਗਣਾ ਹੀ ਹੈ ਤੇ ਮਾਲਕ ਕੋਲੋਂ ਮੰਗ। ਇਹ ਮਨ ਮੰਗਣਾ ਕਿਤੇ ਕੋਲੋਂ? ਮਾਲਕ ਕੋਲੋਂ, ਬੰਦੇ ਕੋਲੋਂ ਨਹੀਂ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋਂ। ਉਹ ਤੇ ਪ੍ਰਾਸ਼ਚਿਤ ਕਰ ਰਿਹਾ ਸੀ ਵੀ 5 ਵਾਰ 50-50 ਰੁਪਏ ਖੜਕਾ ਕੇ ਲੈ ਗਿਆ, ਗਲਤੀ ਕਰ ਬੈਠੇ ਹੋਏ ਨੇ ਤੇ ਧੰਦਾ ਹੀ ਇਹ ਬਣਾ ਲਿਆ। ਉਹ ਤੇ ਵਿਚਾਰਾ ਪ੍ਰਾਸ਼ਚਿਤ ਕਰ ਰਿਹਾ ਸੀ ਵੀ ਕਿਉਂ ਦਿੱਤੇ, ਪਰ ਮੇਰੇ ਮਾਲਕ ਕੋਲੋਂ 5 ਵਾਰਾਂ ਨਹੀਂ, ਮੇਰੇ ਮਾਲਕ ਕੋਲੋਂ 50 ਵਾਰਾਂ ਨਹੀਂ, ਬਲਕਿ ਲੱਖ ਜਨਮ ਲੈ ਕੇ ਤੇ ਇੱਕ ਜਨਮ ਵਿੱਚ 1 ਲੱਖ ਵਾਰਾਂ ਵੀ ਮੰਗਣ ਆਵੇਂਗਾ ਤੇ ਮੇਰੇ ਮਾਲਕ ਦਾ ਕਦੀ ਦਰਵਾਜ਼ਾ ਬੰਦ ਨਹੀਂ ਹੋਵੇਗਾ। ਇਸ ਵਾਸਤੇ ਸਿੱਖਾ ਭਖਾਰੀ ਦਾ ਭਖਾਰੀ ਨਾ ਬਣੀ, ਜੇ ਬਣਨਾ ਹੀ ਏ ਤੇ ਮਾਲਕ ਦਾ ਭਖਾਰੀ ਬਣੀ ਤੇ ਆਖੀ ਮਾਲਕਾ ਤੇਰੇ ਦਰ ਦਾ ਮੰਗਤਾ ਵਾਂ। ਤੇ ਹੁਣ ਤੇ ਉਹ ਅਵਸਥਾ ਬਣ ਗਈ ਹੈ ਵੀ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਹ ਯਕੀਨ ਹੋਵੇ ਬਈ ਮੇਰੇ ਮਾਲਕ ਕੋਲ ਸਭ ਕੁਝ ਹੈ ਤੇ ਮੈਂ ਮਾਲਕ ਕੋਲੋਂ ਮੰਗਣਾ ਹੈ। ਚਲੋ ਅਗਲੀ ਗੱਲ, ਸਰਦਾਰ ਰਘਬੀਰ ਸਿੰਘ ਵੀਰ ਕਹਿੰਦੇ ਨੇ ਮੰਨ ਲਿਆ, ਯਕੀਨ ਆ ਗਿਆ ਰੱਬ ਹੈ, ਯਕੀਨ ਆ ਗਿਆ ਮੇਰੀ ਆਵਾਜ਼ ਪਹੁੰਚਦੀ ਏ, ਯਕੀਨ ਆ ਗਿਆ ਜੋ ਮੈਂ ਮੰਗਣਾ ਉਹਦੇ ਕੋਲ ਹੈ, ਯਕੀਨ ਆ ਗਿਆ ਵੀ ਉਹਦੇ ਕੋਲ ਜੋ ਮੰਗਣਾ ਵਾ ਉਹ ਹੈ, ਆਵਾਜ਼ ਵੀ ਪਹੁੰਚਦੀ ਏ। ਤੇ ਕਹਿਣ ਲੱਗੇ ਇਹ ਯਕੀਨ ਇੱਕ ਸ਼ੰਕਾ ਇਹ ਆ ਜਾਂਦਾ ਹੈ ਵੀ ਉਹਦੇ ਕੋਲ ਹੈ ਵੀ ਤੇ ਖੋਰੇ ਮੇਰੀ ਮੰਗ ਦੇ ਉੱਤੇ ਦਏ ਵੀ ਕਿ ਨਾ ਦਏ। ਤੇ ਫਿਰ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਜ਼ਮਾਨਤ ਦਿੱਤੀ ਵੀ ਸਾਰੀ ਮਨੁੱਖਤਾ ਉਹਦੀ ਸੰਤਾਨ ਹੈ, ਉਹ ਸਾਰਿਆਂ ਦਾ ਪਿਤਾ ਹੈ। ਉਹਨੇ ਇਥੋਂ ਤੱਕ ਇਹਤਿਆਤ ਸਾਵਧਾਨੀ ਵਰਤੀ ਏ ਵੀ ਕਿਸੇ ਵੇਲੇ ਮੇਰੀ ਗੈਰ ਹਾਜ਼ਰੀ 'ਚ ਮੇਰੇ ਪੁੱਤਰ ਦੀ ਅਰਦਾਸ ਆਵੇ ਨਾ, ਫੈਕਸ ਆਵੇ, ਟੈਲੀਫੋਨ ਆਵੇ, ਤੇ ਕਰਿੰਦਿਆਂ ਨੂੰ ਕਿਹਾ ਹੈ ਵੀ ਮੇਰੀ ਉਡੀਕ ਨਾ ਕਰਿਓ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੇ। ਸੋ ਮੇਰੀ ਗੈਰ ਹਾਜ਼ਰੀ 'ਚ ਕੋਈ ਫੈਕਸ ਆ ਜਾਏ ਮੇਰੇ ਬੇਟੇ ਦੀ, ਕੋਈ ਟੈਲੀਫੋਨ ਆ ਜਾਏ, ਮੇਰੀ ਉਡੀਕ ਨਾ ਕਰਿਓ, ਉਸੇ ਵੇਲੇ ਜੋ ਮੰਗੇ ਉੱਥੇ ਪਹੁੰਚਦੀ ਕਰ ਦਿਆ। ਐਸਾ ਸਿੱਖ ਦਾ ਯਕੀਨ ਹੋਵੇ ਵੀ ਮਾਲਕ ਜਿਹੜਾ ਹੈ ਉਹ ਸਦ ਸੁਣਦਾ, ਸਦ ਵੇਖਦਾ, ਤੇ ਮਾਲਕ ਦੇ ਚਰਨਾਂ ਵਿੱਚ ਫਿਰ ਸਿੱਖ ਕਰੇ ਕਾਰਜ ਆਰੰਭ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ, ਤੇ ਆਖੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹੁ ਸਵਾਰ ਸਤਿਗੁਰ ਸੱਚ ਸਾਖੀਐ, ਤੇ ਫਿਰ ਕਵੇ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਜਦੋਂ ਇਸ ਤਰ੍ਹਾਂ ਦੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਇਹ ਆਖੀਏ ਮਾਲਕ ਇਹ ਕਾਰਜ ਤੇਰਾ ਹੈ, ਮੈਂ ਤੇ ਸਿਰਫ ਇੱਕ ਕਠਪੁਤਲੀ ਆ। ਤੇ ਕਠਪੁਤਲੀ ਦੇ ਕੀ ਵਸ ਹੁੰਦਾ ਹੈ? ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਣੇ। ਮੈਂ ਤੇ ਕਾਠ ਦੀ ਪੁਤਲੀ ਆ, ਜਿਵੇਂ ਤੂੰ ਮੈਨੂੰ ਖਿਡਾਏਂਗਾ ਮੈਂ ਖੇਡਾਂਗਾ,
ਜੋ ਮੇਰੇ ਤੋਂ ਤੂੰ ਕਰਾਏਗਾ ਉਹ ਮੈਂ ਕਰਾਂਗਾ, ਤੇ ਜੋ ਤੂੰ ਨਹੀਂ ਕਰਾਣਾ ਚਾਹੁੰਦਾ ਮੈਂ ਯਤਨ ਕਰਕੇ ਵੀ ਉਹ ਕਰ ਨਹੀਂ ਸਕਾਂਗਾ। ਤੇ ਸਤਿਗੁਰੂ ਪਿਤਾ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਜਦੋਂ ਸਿੱਖ ਇਤਨਾ ਕੁ ਸਨਿਮਰ ਹੋ ਜਾਏ ਤੇ ਦਾਤੇ ਦੇ ਦਰ ਦੇ ਉੱਤੋਂ ਮੰਗਣ ਦੀ ਉਹਨੂੰ ਜਾਚ ਆ ਜਾਏ, ਤੇ ਫਿਰ ਐਸੀ ਕੋਈ ਵਸਤੂ ਨਹੀਂ ਜਿਹੜੀ ਮਾਲਕ ਦੇ ਦਰਬਾਰ ਵਿੱਚੋਂ ਸਿੱਖ ਦੀ ਝੋਲੀ ਵਿੱਚ ਡਿੱਗੇ ਨਾ। ਕਹਿਣ ਲੱਗੇ ਗੱਲ ਸਿਰਫ ਇਤਨੀ ਹੈ ਵੀ ਸਾਡਾ ਭਿਕਸ਼ਾ ਦਾ ਪਾਤਰ ਹੀ ਸੁੰਗੜ ਗਿਆ ਹੈ, ਮਾਲਕ ਦੀਆਂ ਤੇ ਅਰਸ਼ਾਂ ਵਿੱਚੋਂ ਹਰ ਵਕਤ ਦਾਤਾਂ ਡਿੱਗ ਰਹੀਆਂ ਨੇ। ਜ਼ਰੂਰਤ ਸਿਰਫ ਇਤਨੀ ਹੈ ਵੀ ਅਸੀਂ ਆਪਣੀ ਭਿਕਸ਼ਾ ਦਾ ਪਾਤਰ ਜਿੰਨਾ ਫੈਲਾ ਲਾਂਗੇ, ਜਿੰਨਾ ਵੱਡਾ ਕਰ ਲਾਂਗੇ, ਦਾਤਾਂ ਉਨੀਆਂ ਯਾਦੀਆਂ ਡਿੱਗਣਗੀਆਂ। ਹਾਂ, ਇੱਕ ਗੱਲ ਜ਼ਰੂਰ ਵੀ ਮੰਗਣ ਦੀ ਜਾਂਚ ਆ ਜਾਏ, ਤੇ ਮੰਗਣ ਦੀ ਜਾਂਚ ਦੇ ਸੰਬੰਧ ਵਿੱਚ ਮੈਂ ਕਈ ਵਾਰ ਤੱਕਿਆ ਵੀ ਬੰਦਾ ਗੁਰੂ ਕੋਲੋਂ ਵੀ ਮੰਗੇ ਤੇ ਆਕੜ ਨਾਲ। ਮੈਂ ਆਪਣੇ ਕੰਨਾਂ ਨਾਲ ਕਈ ਵਾਰ ਸੁਣਿਆ ਵੀ ਗੁਰੂ ਨੂੰ ਵੀ ਬੰਦਾ ਇਸ ਤਰ੍ਹਾਂ ਹੁਕਮੀ ਲਹਿਜੇ ਵਿੱਚ ਕਹਿੰਦਾ ਵੀ ਫਲਾਣੀ ਚੀਜ਼ ਚਾਹੀਦੀ ਆ, ਆਪੜ ਦੀ ਕਰ ਦੇ, ਕਰ ਤੇ ਵਕਤ ਸਿਰ ਪੜਾ ਦੇ, ਲੇਟ ਨਹੀਂ ਹੋਣੀ ਚਾਹੀਦੀ। ਗੁਰੂ ਕੋਲੋਂ ਮੰਗਣ ਲੱਗਿਆ ਜਿਨ੍ਹਾਂ ਨੂੰ ਸਮਝ ਆਈ ਏ, ਮੈਂ ਜ਼ਿਆਦਾਤਰ ਸਹਾਰਾ ਲੈਣਾ ਉਹਨਾਂ ਸ਼੍ਰੀਮਾਨ ਭਾਈ ਗੁਰਦਾਸ ਜੀ ਦਾ। ਉਹਨਾਂ ਨੇ ਇੱਕ ਥਾਂ ਤੇ ਜਾਂਚ ਦੱਸੀ ਏ, ਉਹ ਕਹਿੰਦੇ ਨੇ ਵੀ ਜੇ ਗੁਰੂ ਕੋਲੋਂ ਮੰਗਣਾ ਹੈ, ਜੇ ਗੁਰੂ ਦੇ ਮੰਗਤੇ ਬੰਨਣਾ ਹੈ, ਤੇ ਕਹਿਣ ਲੱਗੇ ਸਧਾਰਨ ਮੰਗਤੇ ਦੀ ਨਕਲ ਕਰ। ਆਖਿਆ ਵੀ ਸਧਾਰਨ ਮੰਗਤੇ ਦਾ ਕੀ ਗੁਣ ਹੈ? ਆਖਣ ਲੱਗਿਆ ਤੈਨੂੰ ਦੱਸਾਂ। ਮੰਗਤਾ ਕਿਸੇ ਗ੍ਰਸਤੀ ਦੇ ਦਰ ਤੇ ਉੱਤੇ ਜਾ ਕੇ ਕਹਿਣ ਲੱਗੇ ਜੁਹਾਰ ਜਦੋਂ ਕਰਦਾ ਹੈ, ਜਦੋਂ ਮੰਗਤਾ ਕਿਸੇ ਗ੍ਰਸਤੀ ਦੇ ਦਰ ਦੇ ਉੱਤੇ ਜਾ ਕੇ ਅਲਖ ਜਗਾਉਂਦਾ ਹੈ, ਤੇ ਆਮ ਤੌਰ ਤੇ ਅਸੀਂ ਗ੍ਰਸਤੀ ਆ, ਸਾਨੂੰ ਪਤਾ ਹੈ ਵੀ ਸਵਾਣੀ ਅੰਦਰ ਰੁੱਝੀ ਹੋਵੇ ਨਾ ਤੇ ਆਵਾਜ਼ ਮਾਰ ਕੇ ਕਹਿ ਦਿੰਦੀ ਹੈ ਭਾਈ ਹੱਥ ਨਹੀਂ ਵੇਲੇ, ਠਹਿਰ ਕੇ ਆਵੀਂ, ਜਾਂ ਅੱਗੋਂ ਤੂੰ ਚੋਂ ਘਰਾਂ ਵਿੱਚ ਮੰਗਿਆ ਫਿਰ ਆ ਜਾਈ। ਤੇ ਉਹ ਮੰਗਤਾ ਬੁੜਬੜਾਉਂਦਾ ਨਹੀਂ ਗੁੱਸੇ ਵਿੱਚ, ਉਹ ਗਾਲ ਗਲੋਚ ਨਹੀਂ ਕਰਦਾ, ਉਹ ਜਾਣ ਲੱਗਾ ਅਸੀਸ ਦਿਨ ਤੁਹਾਡਾ ਭਲਾ ਹੋਵੇ, ਕੋਈ ਨਹੀਂ ਬੀਬੀ ਮੈਂ ਅੱਗੋਂ ਤੂੰ ਚੋਂ ਘਰਾਂ ਚੋਂ ਲਿਆ, ਮੈਂ ਫਿਰ ਆ ਜਾਣਾ। ਤੇ ਕਹਿੰਦੇ ਨੇ ਅਗਲੇ ਘਰ ਗਿਆ ਤੇ ਉੱਥੇ ਕਿਹੜਾ ਅੱਗੇ ਕੋਈ ਬਿਸਤਰ ਵਿਛਾ ਕੇ ਬੈਠਾ ਵੀ ਆਓ ਮੋਸਟ ਵੈਲਕਮ, ਉਥੋਂ ਵੀ ਝਿੜਕਾਂ ਹੀ ਪੈਣੀਆਂ ਨੇ ਮੰਗਤੇ ਨੂੰ, ਹੋਰ ਵਿਚਾਰੇ ਦੇ ਹਿੱਸੇ ਆਉਣਾ ਕੀ ਹੈ। ਛੋਟੇ ਛੋਟੇ ਬੱਚੇ ਮਜ਼ਾਕ ਕਰਦੇ ਨੇ, ਬਾਬਾ ਹਟਾ ਕੱਟਾ ਹੈ, ਮੰਗ ਖਾਣ ਦੇ ਉੱਤੇ ਢਿੱਡ ਬੱਧਾ ਕੰਮ ਨਹੀਂ ਕਰ ਸਕਦਾ। ਤੇ ਉਹ ਗੱਲੀ ਪੈ ਜਾਣਗੇ, ਮੁੰਨਾ ਤੇਰਾ ਨਾਂ ਕੀ ਹੈ, ਤੂੰ ਕਿਹੜੀ ਜਮਾਤ ਵਿੱਚ ਪੜ੍ਹਨਾ ਹੈ, ਤੂੰ ਕਿਹੜੇ ਸਕੂਲ ਵਿੱਚ ਪੜ੍ਹਨਾ ਹੈ। ਉਹਨਾਂ ਨਾਲ ਜਾਣ ਪਛਾਣ ਰਾਫਤਾ ਬਣਾਉਣ ਦੀ ਕੋਸ਼ਿਸ਼ ਕਰਨਗੇ, ਮੱਥੇ ਵੱਟ ਨਹੀਂ ਪਾਉਂਦੇ, ਕਬੋਲ ਨਹੀਂ ਬੋਲਦੇ। ਤੇ ਕਹਿੰਦੇ ਨੇ ਫੇਰ ਪਰਤ ਕੇ ਆ ਜਾਏ ਤੇ ਸਵਾਣੀ ਪਹਿਲਾ ਕੰਮ ਛੱਡ ਦੂਜੇ ਕੰਮ 'ਚ ਰੁੱਝ ਜਾਏ, ਤੇ ਕਹਿੰਦੀ ਠਹਿਰ ਜਾ 10 ਮਿੰਟ ਦੇਣੀ, ਤੁਹਾਨੂੰ ਤੇ ਕੰਮ ਹੀ ਕੋਈ ਨਹੀਂ ਹੋਰ, ਸਾਰਾ ਦਿਨ ਮੰਗੀ ਜਾਣਾ ਮੰਗੀ ਜਾਣਾ, ਮੈਂ ਵਿਹਲੀ ਨਹੀਂ ਗੀ। ਦਰਾਂ ਤੇ ਖੜਾ ਰਹਿੰਦਾ ਹੈ, ਖੜਾ ਰਹਿੰਦਾ ਹੈ, ਖੜਾ ਰਹਿੰਦਾ ਹੈ, ਘੰਟਿਆਂ ਬੱਧੀ ਸਵਾਣੀ ਕੰਮ ਕਰਦੀ ਰਹਿੰਦੀ ਏ। ਤੇ ਕਹਿੰਦੇ ਨੇ ਦੁਪਹਿਰ ਢਲਣ ਲੱਗ ਪੈਂਦੀ ਹੈ, ਧਿਆਨ ਜਾਂਦਾ, ਓਹੋ ਮੰਗਤਾ ਤੇ ਵਿਚਾਰਾ ਅਜੇ ਵੀ ਦਰਾਂ ਤੇ ਖੜਾ ਹੈ, ਤਰਸ ਆਉਂਦਾ ਹੈ। ਫਿਰ ਉਹ ਭਰ ਕੇ ਆਟੇ ਦੀ ਲੱਪ ਉਹਦੀ ਝੋਲੀ 'ਚ ਪਾਉਂਦੀ ਏ, ਅੰਦਰੋਂ ਹਿਰਦਾ ਦਰਵ ਜਾਂਦਾ ਹੈ, ਭਾਈ ਤੂੰ ਤੇ ਬੜੇ ਚਿਰ ਦਾ ਖੜਾ ਹੈ, ਮੈਨੂੰ ਤੇ ਖਿਆਲ ਹੀ ਨਹੀਂ ਰਿਹਾ ਰੋਟੀ ਖਾਧੀ ਆ? ਨਹੀਂ ਬੀਬੀ ਸਵੇਰ ਦਾ ਭੁੱਖਾ ਹੀ, ਬਹਿ ਜਾ, ਪ੍ਰਸ਼ਾਦਾ ਛਕਾਂਦੀ ਏ ਚਾ। ਤੇ ਇਹਨਾਂ ਹਿਰਦਾ ਦਰਵਦਾ ਹੈ, ਜਾਣ ਲੱਗੀ ਨੂੰ ਭਾਈ ਕੱਪੜੇ ਪੁਰਾਣੇ ਪਾਏ ਨਹੀਂ, ਹਾਂ ਬੀਬੀ ਹੈ ਹੀ ਨਹੀਂ, ਕੀ ਕਰਾਂ, ਠਹਿਰ ਜਾ 2 ਮਿੰਟ ਮੈਂ ਦੇਖਣੀ ਆ। ਫੋੜ ਫਾੜ ਕੇ ਟਰੰਕ ਪੇਟੀਆਂ ਕੋਈ ਨਾ ਕੋਈ ਸੂਟ ਵੀ ਲਿਆ ਕੇ ਝੋਲੀ 'ਚ ਰੱਖਦੀ, ਪਰ ਉਦੋਂ ਜਦੋਂ ਉਹਦੇ ਤਰਸ ਦਾ ਪਾਤਰ ਬਣਦਾ, ਗਾਲਾਂ ਕੱਢਿਆ, ਮੱਥੇ ਤੇ ਵੱਟ ਪਾਇਆ, ਕ੍ਰੋਧ ਕੀਤਿਆਂ, ਕਿਸੇ ਦੇ ਦਰ ਤੋਂ ਮੰਗਤੇ ਬਣਿਆ, ਮਿਲਦਾ ਕੁਝ ਨਹੀਂ, ਉੱਥੇ ਤੇ ਸੱਚੀ ਮੁੱਚੀ ਤਰਸ ਦੇ ਪਾਤਰ ਬਣਨਾ ਪੈਂਦਾ। ਕਹਿਣ ਲੱਗੇ ਜੇ ਗੁਰੂ ਕੋਲੋਂ ਮੰਗਣਾ ਹੈ ਤੇ ਪਾਵੋਂ ਦਾਨ, ਢੀਠ ਹੋਏ ਮੰਗੋ, ਢੀਠ ਬਣ ਜਾ, ਮੰਗਦਾ ਰਹੋ, ਨੱਕ ਰਗੜਦਾ ਰਹੋ, ਰਗੜਦਾ ਰਹੋ। ਮਾਲਕ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਣ ਨਾ ਬੀਆ ਤੇਰੀ ਕਿਹਦੇ ਕੋਲ ਜਾਵਾਂ, ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਤੇ ਫਿਰ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗਾ, ਲਾਜ ਵੀ ਤੈਨੂੰ ਲੱਗਣੀ ਏ। ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ। ਭਾਈ ਗੁਰਦਾਸ ਕਹਿੰਦੇ ਨੇ ਜੈਸੇ ਭੀਖ ਮੰਗਣ ਭਿਖਾਰੀ ਘਰ ਘਰ ਡੋਲੇ। ਤੇ ਕਹਿਣ ਲੱਗੇ ਜਦੋਂ ਭਿਖਾਰੀ ਘਰ ਘਰ ਡੋਲਦਾ ਹੈ ਭੀਖ ਮੰਗਣ ਵਾਸਤੇ, ਤੇ ਉੱਥੇ ਜਾ ਕੇ ਕੀ ਕਰਦਾ ਹੈ, ਆਵਤ ਹੈ ਜਾ ਕੇ ਭੀਖ ਮੰਗਣ ਭਿਖਾਰੀ ਦੀਨ, ਦੇਖ ਅਧੀਨਤਾ ਨਿਰਾਸ਼ੋ ਨਾ ਬਿਡਾਰ ਹੈ। ਇੰਨੀ ਕੁ ਨਿਮਰਤਾ ਨਾਲ ਉਹ ਪੇਸ਼ ਆਉਂਦਾ ਹੈ ਵੀ ਉਹਦੀ ਨਿਮਰਤਾ ਨੂੰ ਵੇਖ ਕੇ ਘਰ ਵਾਲਿਆਂ ਦਾ ਇਹ ਦਿਲ ਨਹੀਂ ਕਰਦਾ ਵੀ ਇਹਨੂੰ ਨਿਰਾਸ਼ ਨੂੰ ਇਥੋਂ ਮੋੜ ਦਈਏ। ਦੂਜੀ ਉਦਾਹਰਨ ਭਾਈ ਜੀ ਨੇ ਕੁੱਤੇ ਦੀ ਦਿੱਤੀ ਹੈ। ਕੁੱਤਾ ਮਾਲਕ ਦੇ ਸਾਹਮਣੇ ਬੈਠਾ ਹੈ, ਮਾਲਕ ਮੰਜੇ ਤੇ ਚੜ ਕੇ ਬੈਠਾ ਹੈ, ਸਵਾਣੀ ਨੇ ਥਾਲ ਪਰੋਸ ਕੇ ਅੱਗੇ ਲਿਆ ਕੇ ਰੱਖ ਦਿੱਤਾ, ਮਾਲਕ ਨੇ ਬੁਰਕੀ ਤੋੜੀ ਤੇ ਬੁਰਕੀ ਤੋੜ ਕੇ ਥਾਲੀ ਚੋਂ ਮੂੰਹ ਤੱਕ ਉਹਨੂੰ ਸਫ਼ਰ ਕਰਵਾਇਆ। ਜਦੋਂ ਮਾਲਕ ਬੁਰਕੀ ਤੋੜਦਾ, ਕੁੱਤੇ ਦਾ ਧਿਆਨ ਥਾਲੀ ਵਿੱਚ, ਜਦੋਂ ਬੁਰਕੀ ਹਵਾ ਵਿੱਚ ਸਫ਼ਰ ਕਰਦੀ ਹੈ ਨਾਲ ਨਾਲ ਉਹਦੀ ਨਿਗਾਹ ਸਫ਼ਰ ਕਰਦੀ ਹੈ, ਮੂੰਹ 'ਚ ਪਾਉਂਦਾ ਹੈ ਤੇ ਕੁੱਤਾ ਮੂੰਹ ਵੱਲ ਵੇਂਦਾ, ਹੱਥ ਫਿਰ ਥੱਲੇ ਆਉਂਦਾ ਤੇ ਕੁੱਤਾ ਫਿਰ ਉਧਰ ਵੇਂਦਾ, ਵੇਂਦਾ ਰਹਿੰਦਾ ਹੈ, ਤੱਕਦਾ ਰਹਿੰਦਾ ਹੈ, ਤਰਸ ਦਾ ਪਾਤਰ ਬਣਦਾ ਹੈ। ਕਦੀ ਤੁਸੀਂ ਨਾ ਐਕਸਪੈਰੀਮੈਂਟ ਕਰਨਾ, ਪੜਚੋਲ ਕਰਨੀ। ਕੁੱਤੇ ਜਿਵੇਂ ਆਮ ਉੱਥੇ ਸਾਡੇ ਹਿੰਦੁਸਤਾਨ ਦੀ ਸਰਜ਼ਮੀਨ ਤੇ ਫਿਰਦੇ ਨੇ, ਰੋਟੀ ਖਾਣ ਲੱਗਿਆ ਸੱਚੀ ਮੁੱਚੀ ਉਹ ਇੰਨੇ ਤਰਸ ਦੇ ਪਾਤਰ ਬਣ ਜਾਂਦੇ ਨੇ ਵੀ ਬੰਦੇ ਦਾ ਦਿਲ ਕਰਦਾ ਬੁਰਕੀ ਵੀ ਨਾ ਖਾ, ਸਾਰਾ ਕੁਝ ਹੀ ਇਹਨੂੰ ਦੇ ਦਿਆ। ਐਸੀ ਸੁਰਤੀ ਬਿਰਤੀ ਬਣਾ ਕੇ ਮਾਲਕ ਦੇ ਸਾਹਮਣੇ ਬਹਿ ਜਾਂਦਾ ਹੈ। ਅਜੇ ਮਾਲਕ ਸਾਰੀ ਰੋਟੀ ਖਾਂਦਾ ਵੀ ਨਹੀਂ ਕਿ ਉਹਦਾ ਹਿਰਦਾ ਪਿਘਲ ਜਾਂਦਾ ਹੈ, ਦਰਵ ਜਾਂਦਾ ਹੈ, ਤੇ ਚੁੱਕ ਕੇ ਰੋਟੀ ਅਡੋਲ ਉਹਦੇ ਅੱਗੇ ਸੁੱਟਦਾ, ਲੈ ਖਾ ਲੈ। ਕਹਿਣ ਲੱਗੇ ਕੁੱਤੇ ਤੋਂ ਜਾਤ ਸਿੱਖ
ਇੰਨੀ ਕੁ ਤੇਰੇ ਅੰਦਰ ਨਿਮਰਤਾ ਹੋਵੇ। ਤੀਜੀ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਜੁੱਤੀ ਦੀ। ਕਹਿਣ ਲੱਗੇ ਮਨੁੱਖ ਜਿਹੜਾ ਹੈ ਇਹਦੇ ਜਿੰਨੇ ਵੀ ਅੰਗ ਨੇ ਸਾਰੇ ਸਤਿਕਾਰਯੋਗ ਮੰਨੇ ਜਾਂਦੇ, ਜੁੱਤੀ ਜਿਹੜੀ ਹੈ ਅਪਵਿੱਤਰ ਹੈ, ਧਾਰਮਿਕ ਸਥਾਨਾਂ ਦੇ ਅੰਦਰ ਨਹੀਂ ਆ ਸਕਦੀ, ਵਧੀਆ ਸਾਫ਼ ਸੁਥਰੇ ਥਾਂ ਦੇ ਅੰਦਰ ਵਿਚਾਰੀ ਨਹੀਂ ਆ ਸਕਦੀ, ਅਪਵਿੱਤਰ ਮੰਨੀ ਗਈ ਹੈ, ਮੈਲੇ ਕੁਚੈਲੇ ਥਾਵਾਂ ਨਾਲ ਸਪਰਸ਼ ਕਰਦੀ ਹੈ। ਪਰ ਕਿਸੇ ਬੰਦੇ ਨੇ ਸੋਹਣੀ ਦਸਤਾਰ ਸਜਾਈ ਹੋਵੇ, ਟਾਈ ਸ਼ਾਈ ਲਾਈ ਹੋਵੇ, ਸੂਟ ਬੂਟ ਪਾਇਆ ਹੋਵੇ ਤੇ ਉਹਨੂੰ ਕਵੇ ਵੀ ਇੰਜ ਕਰ ਵੀ ਦਸਤਾਰ ਬੜੀ ਸੋਹਣੀ ਹੈ, 50 ਵੀ ਸੋਹਣੀ ਹੈ, ਕੱਪੜੇ ਵੀ ਸੋਹਣੇ ਨੇ, ਟਾਈ ਬੜੀ ਸੋਹਣੀ ਹੈ, ਪਰਸਨੈਲਿਟੀ ਤੁਹਾਡੀ ਬਹੁਤ ਵਧੀਆ, ਇੰਜ ਕਰੋ ਵੀ ਪਾਰਟੀ 'ਚ ਜਾਣਾ ਜੁੱਤੀ ਨਾ ਪਾਓ। ਉਹ ਕਹੇਗਾ ਮੈਂ ਸ਼ਦਾਈ ਹਾਂ, ਕੋਟ ਤੋਂ ਬਿਨਾ ਕੰਮ ਚੱਲ ਜਾਏਗਾ, ਟਾਈ ਨਾ ਲਾਵਾਂ ਕੰਮ ਚੱਲ ਜਾਏਗਾ, ਪਰ ਜੁੱਤੀ ਤੋਂ ਬਿਨਾ ਤੇ ਲੋਕਾਂ ਨੇ ਸ਼ਦਾਈ ਕਹਿਣਾ। ਕਹਿਣ ਲੱਗੇ ਹੋਰ ਕੋਈ ਜ਼ਰੂਰੀ ਕੱਪੜਾ ਹੋਵੇ ਉਹਦੇ ਤੋਂ ਬਿਨਾ ਕੰਮ ਸਰ ਸਕਦਾ ਹੈ, ਪਰ ਜੁੱਤੀ ਤੋਂ ਬਿਨਾ ਮਨੁੱਖ ਆਪਣੇ ਘਰ ਤੋਂ ਬਾਹਰ ਕਦਮ ਨਹੀਂ ਰੱਖ ਸਕਦਾ। ਜੁੱਤੀ ਨੂੰ ਕਹਿਣ ਲੱਗੇ ਇੰਨਾ ਮਾਨ ਤਾਂ ਮਿਲਦਾ ਹੈ ਕਿਉਂਕਿ ਉਹ ਨਿਮਾਣੀ ਹੈ। आखन लगे पायन की पनी रहत पर हरी परी, जाहू काहू मार्ग में चलत संभार है, छाड़ अहंकार छार हवे गुर मार्ग में, कबहू के दया के दयाल पग धार है। इना कु निमाणा होके गुरु दे दर ते डिग पाओ, एक दिन गुरु नू जरूर तेरे ते तरस आवेगा ते तेनू ये यकीन होवे ਉਹ ਸਦ ਸੁਣਦਾ ਸਦ ਵੇਖਦਾ, ਮੇਰੀ ਪੁਕਾਰ ਉਥੋਂ ਤੱਕ ਪਹੁੰਚਦੀ ਏ, ਮੇਰੀ ਪੁਕਾਰ ਨੂੰ ਧਿਆਨ ਨਾਲ ਸੁਣਦਾ ਹੈ, ਮੇਰੀ ਧਿਆਨ ਨਾਲ ਸੁਣੀ ਅਰਦਾਸ ਲੋੜੀਂਦੀਆਂ ਚੀਜ਼ਾਂ ਉਹਦੇ ਕੋਲ ਮੌਜੂਦ ਨੇ ਤੇ ਮੇਰੀ ਅਰਦਾਸ ਸੁਣ ਕੇ ਲੋੜੀਂਦਾ ਸਮਾਨ ਮੈਨੂੰ ਦਿੰਦਾ ਹੈ। ਇਹ 5 ਐਂਗਲ ਅਰਦਾਸ ਦੇ ਸਿੱਖ ਦੇ ਕੋਲ ਹੋਣ ਤੇ ਹਰ ਸਿੱਖ ਇੱਕ ਸਰੋਵਰ ਏ ਤੇ ਪ੍ਰਮਾਤਮਾ ਸਾਗਰ ਏ। ਅਰਦਾਸ ਉਹ ਆੜ ਤੇ ਉਹ ਖਾਲਾ ਏ ਜਿਹੜਾ ਤਲਾਬ ਨੂੰ ਸਾਗਰ ਨਾਲ ਜੋੜਦਾ ਹੈ। ਉਸ ਆੜ ਵਿੱਚੋਂ ਅਸੀਂ ਸ਼ੰਕੇ ਵਹਿਮ ਭਰਮ ਸਾਰੇ ਹੂੰਝ ਕੇ ਬਾਹਰ ਕੱਢ ਦਈਏ ਤੇ ਤਲਾਬ ਸਾਗਰ ਨਾਲ ਜੁੜਿਆ ਹੋਵੇ ਤੇ ਫਿਰ ਸਾਗਰ ਕਦੀ ਸੁੱਕ ਨਹੀਂ ਸਕਦਾ। ਨਾ ਕਦੀ ਸਾਗਰ ਸੁੱਕਣਾ ਹੈ, ਨਾ ਕਦੀ ਤਾਲਾਬ ਨੇ ਸੁੱਕਣਾ ਹੈ। ਹਰ ਮਨੁੱਖ ਇੱਕ ਖੂਹ ਹੈ ਜਿਹੜਾ ਹੇਠੋਂ ਅਨੰਤ ਸਾਗਰ ਨਾਲ ਜੁੜਿਆ ਹੈ, ਪਰ ਉਹ ਖੂਹ ਇੰਨੇ ਕੁ ਵਿਸ਼ਵਾਸ ਵਾਲਾ ਹੋਵੇ ਵੀ ਅਨੰਤ ਸਾਗਰ ਵਿੱਚੋਂ ਕੁਝ ਮੁੱਕਣ ਵਾਲਾ ਨਹੀਂ, ਕੁਝ ਉੱਕਣ ਵਾਲਾ ਨਹੀਂ। ਅਰਦਾਸ ਕਰਨ ਦੀ ਜਾਚ ਆ ਜਾਏ ਤੇ ਜਦੋਂ ਗੁਰੂ ਕੋਲੋਂ ਪ੍ਰਾਪਤ ਹੋ ਜਾਏ, ਪ੍ਰਾਪਤ ਕਰਕੇ ਫਿਰ ਦਾਤ ਪਾ ਕੇ ਦਾਤੇ ਨੂੰ ਯਾਦ ਰੱਖੇ ਤੇ ਅੰਤ ਵਿੱਚ ਇੱਕ ਗੱਲ ਇਹ ਕਹਿ ਦੇ ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ, ਮੇਰਾ ਹੈ ਹੀ ਕੁਛ ਨਹੀਂ। ਇਸ ਤਰ੍ਹਾਂ ਦੀ ਸਾਨੂੰ ਜਾਚ ਆਵੇ ਤੇ ਗੁਰੂ ਜਰੂਰ ਅੰਗ ਸੰਗ ਸਹਾਈ ਹੋ ਕੇ ਤੇ ਉਹ ਕੰਮ ਕਰਾ ਦਿੰਦਾ ਜਿਹਦੀ ਸਾਨੂੰ ਉਮੀਦ ਤੱਕ ਨਹੀਂ ਹੁੰਦੀ, ਬਸ਼ਰਤੇ ਕਿ ਸਿੱਖ ਦਾ ਨਿਸ਼ਚਾ ਦ੍ਰਿੜ ਹੋਵੇ, ਪਰਪੱਕ ਵਿਸ਼ਵਾਸ ਹੋਵੇ ਤੇ ਉਸ ਵਿਸ਼ਵਾਸ ਦੇ ਉੱਤੇ ਫਿਰ ਗੁਰੂ ਜ਼ਰੂਰ ਆ ਕੇ ਬੌੜੀ ਕਰਦਾ ਹੈ। ਮੇਰਾ ਪਿਤਾ ਕਿਰਪਾ ਕਰੇ ਤੇ ਮੇਰੇ ਮਾਲਕ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹੋ ਵੀ ਰਾਮ ਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੇਰੇ ਔਗੁਣਾਂ ਨੂੰ ਤਿੱਤਰ ਬਿੱਤਰ ਕਰਕੇ ਟੁਕੜੇ ਟੁਕੜੇ ਕਰਦਾ ਹੈ ਤੇ ਨਿਕਟ ਭਵਿੱਖ ਵਿੱਚ ਮੇਰੇ ਕੋਲੋਂ ਇਸ ਤਰ੍ਹਾਂ ਦਾ ਹੋਕਾ ਦਵਾਏ ਜਿਸ ਤਰ੍ਹਾਂ ਦੀ ਗੁਰੂ ਮੇਰੇ ਕੋਲੋਂ ਉਮੀਦ ਕਰਦਾ ਹੈ। ਆਓ ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਅਸੀਸ ਦਿਓ। तमाम ਆਪ ਗੁਰ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਅੰਤ ਆਸੀਸ ਦੀ ਯਾਚਨਾ ਕਰਾਂ। ਸਾਰੀ ਸੰਗਤ ਅਦਬ ਸਤਕਾਰ ਪਿਆਰ ਨਾਲ ਇਕੱਠੇ ਹੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।